ਧੰਨ ਵਾਹਿਗੁਰੂ ਸਾਹਿਬ ਜੀ। ਸੱਚ ਸਾਚਾ ਸਤਿਗੁਰੂ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਸੱਚ ਸਾਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਾਂ ਡਿਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਬਲਿਹਾਰੀ ਗੁਰੂ ਆਪਣੀ ਸਦਾ ਸਦਾ ਘੁਮਵਾਰਿਆ। ਗੁਰਮੁਖ ਜੀਤਾ ਮਨਮੁਖ ਹਾਰਿਆ। ਸਤਿਗੁਰੂ ਸਦਾ ਕਾਇਮ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ। ਉਸਨੇ ਆਪਣੇ ਅੰਦਰ ਹਿਰਦੇ ਵਿੱਚ ਪ੍ਰਭੂ ਨੂੰ ਧਾਰਿਆ ਹੈ। ਸੱਚ ਸਾਚਾ ਸਤਿਗੁਰੂ ਪੁਰਖ ਹੈ, ਜਿਸ ਨੇ ਆਪਣੇ ਮਨ ਵਿੱਚੋਂ ਹਿਰਦੇ ਵਿੱਚੋਂ ਕਾਮ ਕ੍ਰੋਧ ਦੇ ਜ਼ਹਿਰ ਨੂੰ ਕੱਢ ਦਿੱਤਾ ਹੈ। ਅਜਿਹਾ ਪੂਰਾ ਸਤਿਗੁਰੂ ਵੇਖਿਆ ਤਾਂ ਮੇਰੇ ਮਨ ਵਿੱਚ ਧੀਰਜ ਆ ਗਿਆ। ਇਸ ਲਈ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਵਾਰਨੇ ਚਾਹੁੰਦਾ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਪੁਰਸ਼ ਜਨਮ ਦੀ ਬਾਜੀ ਜਿੱਤ ਜਾਂਦਾ ਹੈ, ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ। ਗੁਰੂ ਦੇ ਪਿਆਰਿਓ, ਸੁਖਮਨੀ ਸਾਹਿਬ ਦੀ 12 ਅਸ਼ਟਪਦੀ ਤੇ ਵਿਚਾਰ ਹੋਈ। 13ਵੀਂ ਅਸ਼ਟਪਦੀ ਤੋਂ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਸੰਤ ਸਰਣ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸ਼ਬਦਾਰਥ। ਪਰੈ ਯਾਨੀ ਪੈਂਦਾ ਹੈ, ਬਹੁਰ ਬਹੁਰ ਮੁੜ ਮੁੜ ਕੇ, ਅਵਤਾਰ ਯਾਨੀ ਜਨਮ। ਸੰਤ ਸਰਣ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਜੋ ਪੁਰਸ਼ ਸੰਤਾਂ ਦੀ ਸਰਣ ਵਿੱਚ ਪੈਂਦਾ ਹੈ, ਉਹ ਪੁਰਸ਼ ਜਨਮ ਮਰਨ ਦੇ ਦੁੱਖਾਂ ਤੋਂ ਛੁੱਟ ਜਾਂਦਾ ਹੈ। ਪਰੰਤੂ ਸੰਤਾਂ ਦੀ ਨਿੰਦਿਆ ਕਰਨ ਵਾਲਾ ਪੁਰਸ਼ ਦਾ ਮੁੜ ਮੁੜ ਜਨਮ ਹੁੰਦਾ ਹੈ। ਤਾਤਪਰਯ ਇਹ ਹੈ, ਪਰਮਾਤਮਾ ਦੇ ਨਾਮ ਲੇਵਾ ਸੰਤਾਂ ਭਗਤਾਂ ਦੀ ਨਿੰਦਿਆ ਕਰਨ ਵਾਲਾ 84 ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਇਹ ਜਨਮ ਮਰਨ ਦਾ ਦੁੱਖ ਸੰਤਾਂ ਦੀ ਸਰਣ ਵਿੱਚ ਪੈਣ ਨਾਲ ਹੀ ਕੱਟਿਆ ਜਾਂਦਾ ਹੈ। ਅਸ਼ਟਪਦੀ। ਸੰਤ ਕੈ ਦੁਖਨ ਆਰਜਾ ਕਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮਹਿ ਪਾਈ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸ਼ੋਭਾ ਤੇ ਹੀਨ। ਸੰਤ ਕੇ ਹਤੇ ਕੋ ਰਖੈ ਨਾ ਕੋਇ, ਸੰਤ ਕੈ ਦੁਖਨ ਥਾਨ ਪ੍ਰਸ਼ਟ ਹੋਈ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ
निंदक भी तरੈ। शब्दार्थ दूखन यानी ਦੂਸ਼ਤ ਕਰਨ ਨਾਲ, ਨਿੰਦਿਆ ਕਰਨ ਨਾਲ। ਆਰਜਾ ਯਾਨੀ ਉਮਰ। ਹੱਤੇ ਯਾਨੀ ਮਰੇ ਹੋਏ ਨੂੰ, ਸਰਾਪੇ ਹੋਏ ਨੂੰ। ਥਾਨ ਭ੍ਰਸ਼ਟ ਯਾਨੀ ਆਪਣੇ ਅਸਥਾਨ ਪਦਵੀ ਤੋਂ ਡਿੱਗ ਪੈਂਦਾ ਹੈ। ਸੰਤ ਕੈ ਦੂਖਨ ਆਰਜਾ ਘਟੈ। ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ। ਸੰਤਾਂ ਦੀ ਨਿੰਦਿਆ ਕਰਨ ਨਾਲ ਮਨੁੱਖ ਦੀ ਉਮਰ ਘਟ ਜਾਂਦੀ ਹੈ। ਸੰਤਾਂ ਦੀ ਨਿੰਦਿਆ ਕਰਨ ਨਾਲ ਜਮਾਂ ਤੋਂ ਨਹੀਂ ਛੁੱਟ ਸਕਦਾ। ਸੰਤ ਕੈ ਦੂਖਨ ਸੁਖ ਸਭ ਜਾਏ। ਸੰਤ ਕੈ ਦੂਖਨ ਨਰਕ ਮਹਿ ਪਾਏ। ਸੰਤਾਂ ਦੀ ਨਿੰਦਿਆ ਕਰਨ ਨਾਲ ਸਾਰਾ ਸੁਖ ਨਾਸ ਹੋ ਜਾਂਦਾ ਹੈ। ਸੰਤਾਂ ਦੀ ਨਿੰਦਿਆ ਕਰਨ ਨਾਲ ਪੁਰਸ਼ ਨਰਕ ਵਿੱਚ ਪੈਂਦਾ ਹੈ। ਸੰਤ ਕੈ ਦੂਖਨ ਮਤ ਹੋਏ ਮਲੀਨ। ਸੰਤ ਕੈ ਦੂਖਨ ਸੋਭਾ ਤੇ ਹੀਨ। ਸੰਤਾਂ ਦੀ ਨਿੰਦਿਆ ਕਰਨ ਨਾਲ ਬੁੱਧੀ ਮੈਲੀ ਹੋ ਜਾਂਦੀ ਹੈ। ਸੰਤਾਂ ਦੀ ਨਿੰਦਿਆ ਕਰਨ ਨਾਲ ਸੋਭਾਹੀਨ ਹੋ ਜਾਂਦਾ ਹੈ। ਸੰਤ ਕੇ ਹਤੇ ਕੋ ਰਖੈ ਨਾ ਕੋਈ। ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੇ ਮਾਰੇ ਸਰਾਪੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ। ਸੰਤਾਂ ਦੀ ਨਿੰਦਿਆ ਕਰਨ ਨਾਲ ਪੁਰਸ਼ ਆਪਣੀ ਪਦਵੀ ਤੋਂ ਡਿੱਗ ਪੈਂਦਾ ਹੈ। ਸੰਤ ਕਿਰਪਾਲ ਕਿਰਪਾ ਜੇ ਕਰੈ। ਨਾਨਕ ਸੰਤ ਸੰਗ ਨਿੰਦਕ ਵੀ ਤਰੈ। ਪ੍ਰਭੂ ਕਿਰਪਾਲੂ ਸੰਤ ਜੇ ਕਿਰਪਾ ਕਰ ਦੇਵੇ ਤਾਂ ਸੰਤਾਂ ਨਾਲ ਨਿੰਦਕ ਵੀ ਤਰ ਜਾਂਦੇ ਹਨ। ਤਾਤਪਰਯ ਇਹ ਹੈ, ਸੰਤਾਂ ਨੂੰ ਬੁਰਾ ਆਖਣ ਵਾਲੇ ਦੋਸ਼ੀਆਂ ਨੂੰ ਅਨੇਕ ਪ੍ਰਕਾਰ ਦੇ ਕਸ਼ਟ ਮਿਲਦੇ ਹਨ। ਸੰਤ ਦੋਖੀਆਂ ਨੂੰ ਸਾਰੇ ਦੁੱਖ ਲੱਗਦੇ ਹਨ। ਜਮਾਂ ਦੀ ਮਾਰ ਤੋਂ ਛੁੱਟ ਨਹੀਂ ਸਕਦੇ। ਉਮਰਾਂ ਘਟ ਜਾਂਦੀਆਂ ਹਨ। ਬੁੱਧੀ ਨਾਸ ਹੋ ਜਾਂਦੀ ਹੈ। ਕਿਸੇ ਥਾਂ ਇੱਜ਼ਤ ਨਹੀਂ ਰਹਿੰਦੀ। ਬੇਇੱਜ਼ਤ ਹੋ ਜਾਂਦੇ ਹਨ। ਫਿਰ ਵੀ ਜੇਕਰ ਕੋਈ ਦਇਆਵਾਨ ਸੰਤ ਉਸ ਦੀ ਹਾਲਤ ਤੇ ਦਇਆ ਕਰਕੇ ਉਸ ਨੂੰ ਬਖਸ਼ ਦੇਵੇ ਤਾਂ ਉਸ ਦਾ ਉਧਾਰ ਹੋ ਜਾਂਦਾ ਹੈ। ਸੰਤ ਕੇ ਦੂਖਨ ਤੇ ਮੁਖ ਪਵੈ। ਸੰਤਨ ਕੈ ਦੂਖਨ ਕਾਗਜੋ ਲਵੈ। ਸੰਤਨ ਕੈ ਦੂਖਨ ਸਰਪ ਜੋ ਨ ਪਾਏ। ਸੰਤ ਕੈ ਦੂਖਨ ਤ੍ਰਿਗਧ ਜੋ ਨ ਕਰਮਾਏ। ਸੰਤਨ ਕੈ ਦੂਖਨ ਤ੍ਰਿਸ਼ਨਾ ਮਹਿ ਜਲੈ। ਸੰਤ ਕੈ ਦੂਖਨ ਸਭ ਕੋ ਛਲੈ। ਸੰਤ ਕੈ ਦੂਖਨ
तेज सब जाए। संत कह दुखन नीच निचाए। संत दोखी का थाओ को नाहे। नानक संत पावै ता ओए भीगत पाहे। शब्दार्थ ਦੁਖਨ यानी ਦੋਸ ਲਾਉਣ ਨਾਲ, ਮੁਖ ਭਵੈ यानी ਮੂੰਹ ਵਿੰਗਾ ਹੋ ਜਾਂਦਾ ਹੈ। ਕਾਗ यानी ਕਾਂ। ਲਵੈ यानी ਬੋਲਦਾ ਹੈ। ਤ੍ਰਿਗਧ ਜੋਨ यानी ਟੇਢੀਆਂ ਜੂਨਾਂ। ਕਿਰਮਾਏ यानी किरम कीड़े आदक। जलै यानी सड़दा है। नीच नीचाए यानी नीच तो नीच। दोखी यानी निंदक। गत यानी मुक्ति। संत के दुखन ते मुख पवै। संतन कै दुखन काग जो लवै। ਸੰਤਾਂ ਉੱਤੇ ਦੋਸ ਲਾਉਣ ਨਾਲ ਦੋਸ਼ੀ ਦਾ ਮੂੰਹ ਭੈ ਭੋ ਟੇਢਾ ਹੋ ਜਾਂਦਾ ਹੈ। ਸੰਤਾਂ ਉੱਤੇ ਦੋਸ ਲਾਉਣ ਨਾਲ ਕਾਂ ਦੀ ਤਰ੍ਹਾਂ ਬੇਅਰਥ ਬੋਲਦਾ ਰਹਿੰਦਾ ਹੈ। ਸੰਤਨ ਕੈ ਦੁਖਨ ਸਰਪ ਜੋਨ ਪਾਈ। संत कै दुखन त्रिगध जोन कर्मा किरमाई। ਸੰਤਾਂ ਦੀ ਨਿੰਦਿਆ ਕਰਨ ਨਾਲ ਸੱਪ ਦੀ ਜੂਨ ਪੈਂਦਾ ਹੈ। ਸੰਤਾਂ ਦੀ ਨਿੰਦਿਆ ਕਰਨ ਨਾਲ ਅਠੂਹੇ ਅਤੇ ਕੀੜੇ ਆਦਿਕ ਜੂਨਾਂ ਵਿੱਚ ਪੈਂਦਾ ਹੈ। संतन कै दुखन तृष्णा मह जलै। संत कै दुखन सब को छलै। ਸੰਤਾਂ ਦੀ ਨਿੰਦਿਆ ਕਰਨ ਨਾਲ ਤ੍ਰਿਸ਼ਨਾ ਦੀ ਅਗਨੀ ਵਿੱਚ ਸੜਦਾ ਰਹਿੰਦਾ ਹੈ। ਸੰਤਾਂ ਦੀ ਨਿੰਦਿਆ ਕਰਨ ਨਾਲ ਸਭ ਨੂੰ ਧੋਖਾ ਦਿੰਦਾ ਹੈ। संत कै दुखन तेज सब जाए। संत कै दुखन नीच नीचाए। ਸੰਤਾਂ ਦੀ ਨਿੰਦਿਆ ਕਰਕੇ ਪੁਰਸ਼ ਦਾ ਸਾਰਾ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ। ਸੰਤਾਂ ਦੀ ਨਿੰਦਿਆ ਕਰਨ ਨਾਲ ਪੁਰਸ਼ ਨੀਚ ਤੋਂ ਨੀਚ ਹੋ ਜਾਂਦਾ ਹੈ। संत दोखी का थाओ को नाहि। नानक संत भावै ता ओए भीगत पाहे। ਸੰਤਾਂ ਦੇ ਨਿੰਦਕ ਦਾ ਕੋਈ ਥਾਂ ਨਹੀਂ ਹੁੰਦਾ, ਕਿਤੇ ਆਸਰਾ ਨਹੀਂ ਮਿਲਦਾ। ਗੁਰੂ ਜੀ ਫਰਮਾਉਂਦੇ ਹਨ, ਜੇ ਸੰਤਾਂ ਨੂੰ ਪ੍ਰਵਾਨ ਹੋਵੇ ਤਾਂ ਉਹ ਨਿੰਦਕ ਵੀ ਗਤੀ ਪਾ ਲੈਂਦੇ ਹਨ। ਤਾਤਪਰਯ ਇਹ ਹੈ, ਸੰਤਾਂ ਦਾ ਵਿਰੋਧ ਈਰਖਾ ਕਰਕੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਨੂੰ ਕਈ ਤਰ੍ਹਾਂ ਦੇ ਕਸ਼ਟ ਮਿਲਦੇ ਹਨ। ਉਸ ਨੂੰ ਨੀਚ ਪੁਰਸ਼ ਕਿਹਾ ਜਾਂਦਾ ਹੈ। ਉਸ ਦਾ ਕੋਈ ਭਰੋਸਾ ਨਹੀਂ ਕਰਦਾ। ਪਰ ਜੇਕਰ ਸੰਤ ਚਾਹਣ ਤਾਂ ਐਸੇ ਨਿੰਦਕ ਪੁਰਸ਼ ਦਾ ਉਧਾਰ ਵੀ ਹੋ ਜਾਂਦਾ ਹੈ।
संत का निंदक महा अतताई। संत का निंदक खिन टिकन ना पाई। संत का निंदक महा हत्यारा। संत का निंदक परमेश्वर मारा। संत का निंदक राज ते हीन। संत का निंदक दुखिया अर दीन। संत के निंदक को सर्व रोग। संत के निंदक को सदा बिजोग। संत की निंदा दोख में दोख। नानक संत पावै ता उसका भी होए मोख। शब्दार्थ निंदक यानी निंदा करने वाला, महाअतताई यानी वड्डा उपद्रव। जैसा कि किसी दे घर बार नूं अग लाउण वाला। ਜ਼ਹਿਰ ਦੇ ਕੇ ਕਿਸੇ ਨੂੰ ਮਾਰਨ ਵਾਲਾ, ਕਿਸੇ ਨੂੰ ਕਤਲ ਕਰਨ ਵਾਲਾ। ਪਰ ਇਸਤਰੀ ਪਰਾਇਆ ਧਨ ਤੇ ਪਰਾਇਆ ਖੇਤ ਖੇਤੀ ਕਰਨ ਵਾਲੀ, ਜ਼ਮੀਨ ਖੋਹ ਲੈਣ ਵਾਲਾ, ਮਾਤਾ ਪਿਤਾ ਤਥਾ ਗੁਰੂ ਨੂੰ ਕਤਲ ਕਰਨ ਵਾਲਾ ਮਹਾਪਾਪੀ, ਹਤਿਆਰਾ यानी जीवां ते जुलम करन वाला वड्डा जालम। विजोग यानी विछोड़ा। संत का निंदक महा अतताई। संत का निंदक खिन टिकन ना पाई। संतां दा निंदक वड्डा उपद्रवी ਹੁੰਦਾ ਹੈ। ਸੰਤਾਂ ਦਾ ਨਿੰਦਕ ਕਿਸੇ ਥਾਂ ਪਲ ਭਰ ਨਹੀਂ ਠਹਿਰਦਾ। ਸੰਤ ਕਾ ਨਿੰਦਕ ਮਹਾ ਹਤਿਆਰਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤਾਂ ਦਾ ਨਿੰਦਕ ਵੱਡਾ ਹਥਿਆਰਾ ਹੁੰਦਾ ਹੈ। ਸੰਤਾਂ ਦਾ ਨਿੰਦਕ ਪਰਮੇਸ਼ਰ ਦਾ ਮਾਰਿਆ ਧਿਕਾਰਿਆ ਹੋਇਆ ਹੁੰਦਾ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ। ਸੰਤ ਕਾ ਨਿੰਦਕ ਦੁਖਿਆ ਅਰ ਦੀਨ। ਸੰਤਾਂ ਦਾ ਨਿੰਦਕ ਰਾਜ ਤੋਂ ਖਾਲੀ ਰਹਿੰਦਾ ਹੈ। ਉਸ ਨੂੰ ਵੱਡੇ ਸੁੱਖਾਂ ਦੀ ਪ੍ਰਾਪਤੀ नहीं हुंदी। संतां दा निंदक दुखी ते मुथाज रहंदा है। संत के निंदक को सर्व रोग। संत के निंदक को सदा बिजोग। संतां दे निंदक नूं सारे रोग हुंदे हन। कदी कोई अते कदे कोई रोग ਲੱਗਾ ਹੀ ਰਹਿੰਦਾ ਹੈ। ਸੰਤਾਂ ਦੇ ਨਿੰਦਕ ਨੂੰ ਸਦਾ ਮਨ ਇੱਛਤ ਸੁੱਖਾਂ ਤੋਂ ਵਿਛੋੜਾ ਰਹਿੰਦਾ ਹੈ। ਸੰਤ ਕੀ ਨਿੰਦਾ ਦੋਖ ਮਹਿ ਦੋਖ। ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਮੋਖ। ਸੰਤਾਂ ਦੀ ਨਿੰਦਿਆ ਸਾਰੇ ਦੋਸ਼ਾਂ ਵਿੱਚੋਂ ਇੱਕ ਵੱਡਾ ਦੋਸ਼ ਹੈ। ਗੁਰੂ ਜੀ ਫਰਮਾਉਂਦੇ ਹਨ, ਜੇ ਸੰਤਾਂ ਨੂੰ ਭਾ ਜਾਵੇ, ਪ੍ਰਵਾਨ ਹੋ ਜਾਵੇ ਤਾਂ ਉਸ ਦਾ ਵੀ ਉਧਾਰ ਹੋ ਜਾਂਦਾ ਹੈ।
ਤਾਤਪਰਯ ਇਹ ਹੈ, ਇਸ ਪੌੜੀ ਵਿੱਚ ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਵੱਡਾ ਪਾਪੀ, ਜ਼ਾਲਮ ਤੇ ਦੋਸ਼ੀ ਕਥਨ ਕੀਤਾ ਗਿਆ ਹੈ। ਐਸਾ ਨਿੰਦਕ ਸਦਾ ਰੋਗੀ ਸੋਗੀ ਤੇ ਦੂਸਰਿਆਂ ਦੇ ਮੁਤਾਜ ਰਹਿੰਦਾ ਹੈ। ਉਸ ਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ। ਆਪਣੇ ਸੰਤ ਸੁਭਾਅ ਦਾ ਸਦਕਾ ਜੇ ਸੰਤਾਂ ਨੂੰ ਪ੍ਰਵਾਨ ਹੋ ਜਾਵੇ ਤਾਂ ਅਜਿਹੇ ਦੀਨ ਦੁਨੀਆ ਤੋਂ ਡਿੱਗੇ ਹੋਏ ਪੁਰਸ਼ਾਂ ਨੂੰ ਵੀ ਉੱਚਾ ਚੁੱਕ ਲੈਂਦੇ ਹਨ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ। संत के दोखी को डान लागै, संत के दोखी को सब त्यागै। संत का दोखी महा अहंकारी, संत का दोखी सदा बिकारी। संत का दोखी जन्मै मरै, संत की दुख ना सुख ते टरै। संत के दोखी को नाही ठाओ, नानक संत भावै तां ले मिलाए। शब्दार्थ अपवित यानी मैला, डान यानी डन, बिकारी यानी बुरे कर्म करन वाला, दुखना यानी निंदिया, टरै यानी टल जांदा, दूर हो जांदा, ठाओ यानी थां। संत का दोखी सदा अपवित, संत का दोखी किसे का नहीं मित। ਸੰਤਾਂ ਦਾ ਦੁਖੀ ਨਿੰਦਕ ਸਦਾ ਮੈਲਾ ਰਹਿੰਦਾ ਹੈ। ਨਿੰਦਿਆ ਦੀ ਮੈਲ ਨਾਲ ਸੰਤਾਂ ਦਾ ਦੁਖੀ ਕਿਸੇ ਦਾ ਮਿੱਤਰ ਨਹੀਂ। ਨਿਰਵੈਰ ਸੰਤਾਂ ਨਾਲ ਵੈਰ ਕਰਨ ਵਾਲਾ ਪੁਰਸ਼ ਕਿਸੇ ਦੂਜੇ ਦਾ ਮਿੱਤਰ ਕਿਸ ਤਰ੍ਹਾਂ ਹੋ ਸਕਦਾ ਹੈ। ਸੰਤ ਕੇ ਦੋਖੀ ਕੋ डान लागै, संत के दोखी को सब त्यागै। संतां दे दोखी नूं डन लगदा है धर्म राज तो, संतां दे दोखी नूं सब त्याग दिंदे हन। कोई भला पुरुष मूँह नहीं लाउंदा। संत का दोखी महा अहंकारी, संत का दोखी सदा बिकारी। संतां दा दोखी ਵੱਡਾ ਹੰਕਾਰੀ ਹੁੰਦਾ ਹੈ। ਅਗਿਆਨ ਕਰਕੇ ਸੰਤਾਂ ਦਾ ਦੋਖੀ ਸਦਾ ਬੁਰੇ ਕਰਮ ਕਰਨ ਵਾਲਾ ਹੁੰਦਾ ਹੈ। ਕੁਸੰਗਤ ਕਰਕੇ संत का दोखी जन्मै मरै, संत की दुख ना सुख ते टरै। ਸੰਤਾਂ ਦਾ ਦੋਖੀ ਜੰਮਦਾ ਮਰਦਾ ਰਹਿੰਦਾ ਹੈ। ਸਤ ਸੰਗਤ ਤੋਂ ਦੂਰ ਰਹਿਣ ਕਰਕੇ ਸੰਤਾਂ ਦੀ ਬੁਰਿਆਈ ਕਰਨ ਨਾਲ ਪੁਰਸ਼ ਸੁੱਖਾਂ ਤੋਂ ਹੀਣਾ ਰਹਿੰਦਾ ਹੈ, ਅਰਥਾਤ ਸਦਾ ਹੀ ਦੁੱਖ ਚੰਬੜੇ ਰਹਿੰਦੇ ਹਨ। ਸੰਤ ਕੇ ਦੋਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਈ। ਸੰਤਾਂ ਦੇ ਦੋਖੀ ਨੂੰ ਕੋਈ ਠਹਿਰਣ ਨੂੰ ਥਾਂ ਨਹੀਂ ਮਿਲਦਾ, ਭੌਂਦਾ ਹੀ ਰਹਿੰਦਾ ਹੈ।
ਗੁਰੂ ਜੀ ਫਰਮਾਉਂਦੇ ਹਨ ਕਿ ਜੇ ਸੰਤਾਂ ਨੂੰ ਪ੍ਰਵਾਨ ਹੋ ਜਾਵੇ ਤਾਂ ਐਸੇ ਦੋਸ਼ੀ ਪੁਰਸ਼ ਨੂੰ ਵੀ ਆਪਣੇ ਨਾਲ ਮਿਲਾ ਲੈਂਦਾ ਹੈ। ਤਾਤਪਰਯ ਇਹ ਹੈ, ਸੰਤਾਂ ਨਾਲ ਬੁਰਿਆਈ ਭਾਵਨਾ ਰੱਖਣ ਵਾਲਾ ਦੋਸ਼ੀ ਦਿਲ ਦਾ ਮੈਲਾ ਹੁੰਦਾ ਹੈ। ਉਸ ਨੂੰ ਦਰਗਾਹ ਵਿੱਚ ਸਜ਼ਾ ਮਿਲਦੀ ਹੈ। ਕੋਈ ਮੂੰਹ ਨਹੀਂ ਲਾਉਂਦਾ, ਉਹ ਬੁਰੇ ਕਰਮ ਕਰ ਸਕਦਾ ਦਾ ਹੈ ਤੇ ਜੰਮਦਾ ਮਰਦਾ ਰਹਿੰਦਾ ਹੈ। ਉਸ ਨੂੰ ਕਦੀ ਸੁੱਖ ਨਹੀਂ ਹੁੰਦਾ, ਉਹ ਸਦਾ ਨਿਥਾਵਾਂ ਰਹਿੰਦਾ ਹੈ। ਪਰ ਜੇ ਸੰਤ ਚਾਹੇ ਤਾਂ ਐਸੇ ਪੁਰਸ਼ ਨੂੰ ਵੀ ਬਖਸ਼ ਕੇ ਆਪਣੀ ਸੰਗਤ ਵਿੱਚ ਸ਼ਾਮਲ ਕਰ ਲੈਂਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।